ਦੀ ਹੋਵੇ, ਸਿਟੀ ਦੀ ਹੋਵੇ, ਫੈਡਰਲ ਸਰਕਾਰ ਦੀ ਹੋਵੇ, ਹਾਂਜੀ ਰੌਲਾ ਕਿਹੜੀ ਚੀਜ਼ ਤੇ ਸ਼ੁਰੂ ਹੁੰਦਾ? ਕੱਲ੍ਹ ਇੰਡੀਆ ਤੋਂ ਹੋਣ ਗਿਆ। ਠੀਕ ਹੈ ਜੀ ਪਾਕਿਸਤਾਨ ਦੀ ਫੇਰੀ ਨਿਕਾਹ ਦੇਖਣ ਜਾਣਾ ਭਾਣਜੇ ਦੇ ਨਾਲ, ਹਾਂ ਇਹ ਉਹੀ ਤਰ੍ਹਾਂ ਦਾ ਪੋਲੀਟੀਕਲ ਮਨੂਵਰ ਹੈ। ਔਰ ਖਾਸ ਤੌਰ ਦੇ ਉੱਤੇ ਪੋਸਟਰਸ ਦਾ ਇਹ ਗੱਲ ਕਲੀਅਰ ਹੋਣੀ ਕਿ ਵੱਡੇ ਵੱਡੇ ਪੋਸਟਰ ਲੱਗੇ ਹੋਏ ਆ, ਕਿਉਂਕਿ ਖੇਤਰੀ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਪ੍ਰਭਾਵ ਨੇ, ਮਾਨਸਿਕ ਤੌਰ ਤੇ ਪਾਏ ਜਾਣ ਵਾਲੇ ਪ੍ਰਭਾਵ, ਔਰ ਉਹਨਾਂ ਪ੍ਰਭਾਵਾਂ ਦਾ ਫਾਇਦਾ ਇੱਥੇ ਉਠਾਉਣ ਦੀ ਇਹ ਪ੍ਰਵਿਰਤੀ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਆ। ਪਹਿਲਾਂ ਪੰਜਾਬ 'ਚ ਚੱਲਦੀ ਸੀ, ਤੁਹਾਨੂੰ ਪਤਾ ਹੀ, ਲਾਲ ਬੱਤੀ ਵਾਲੀ ਗੱਡੀ ਹਾਂ ਦਿੱਲੀੋਂ ਉਤਰਦੇ ਸਾਰ, ਹਾਂ ਫਿਰ ਉਹ ਲੈ ਕੇ ਬਿਨਾਂ ਲੋੜ ਦੇ ਵੀ ਪੰਜਾਬ ਦੇ ਵਿੱਚ ਘੁੰਮਣਾ ਫਿਰਨਾ, ਪਿੱਛੇ ਗਨਮਨਾਂ ਦਾ ਜਾਣਾ, ਹਾਂਜੀ ਲੋੜ ਹੋਵੇ ਚਾਹੇ ਨਾ ਹੋਵੇ, ਚਾਹੇ ਤੁਹਾਨੂੰ ਤੁਹਾਡੀ ਗਲੀ ਦਾ ਕੁੱਤਾ ਵੀ ਭੌਂਕਦਾ ਨਾ ਹੋਵੇ, ਤੁਹਾਨੂੰ ਇੰਨਾ ਵੀ ਖਤਰਾ ਨਾ ਹੋਵੇ, ਪਰ ਫਿਰ ਵੀ ਜੀ ਲਾਲ ਬੱਤੀ ਵਾਲੀ ਜਿਹੜੀ ਗੱਡੀ ਆ ਉਹ ਅਸੀਂ ਸਾਨੂੰ ਮਿਲਣੀ ਚਾਹੀਦੀ ਹੈ। ਟੌਰ ਉਹਦੇ ਨਾਲ ਬਣਦੀ ਆ। ਫਿਰ ਉੱਤੇ ਸਨਮਾਨ ਸਵਾਗਤ ਕਰਦੇ ਆ ਜੀ, ਫਿਰ ਵੱਡੇ ਵੱਡੇ ਪੋਸਟਰ ਬਣਾ ਕੇ ਕੰਧਾਂ ਦੇ ਉੱਤੇ ਲਾਏ ਜਾਂਦੇ ਸੀ, ਫਲਾਣੇ ਦਾ ਹਾਰਦਿਕ ਸਵਾਗਤ ਹੈ। ਫਿਰ ਅਖਬਾਰਾਂ ਦੇ ਵਿੱਚ ਕੱਢਿਆ ਫਲਾਣਾ MLA ਇੱਥੇ ਆਇਆ ਹੋਇਆ, MP ਆਇਆ ਹੋਇਆ ਭਾਰਤ ਦਾ, ਪੰਜਾਬ ਦਾ, ਅਤੇ ਉਹਦਾ ਅਸੀਂ ਸਵਾਗਤ ਕਰਦੇ ਹਾਂ। ਇਹ ਛਿਛੋਰੇ ਫਣ ਦੀਆਂ ਕਹਾਣੀਆਂ ਨੇ। ਯਾਦ ਰਹੇ, ਸਵੱਲੇ ਕੱਦ ਕਾਠ ਵਾਲੀ ਜਿਹੜੀ ਔਰਤ ਆ ਉਹਨੂੰ ਉੱਚੀਆਂ ਅੱਡੀਆਂ ਦੀ ਜੁੱਤੇ ਪਾਉਣ ਦੀ ਲੋੜ ਨਹੀਂ ਹੁੰਦੀ। ਔਰ ਜਿਹੜਾ ਵਿਅਕਤੀ ਪਬਲਿਕ ਸਰਵਿਸ ਦੇ ਵਿੱਚ ਕੰਮ ਕਰਦਾ ਉਹਨੂੰ ਆਪਣੇ ਕਿਸੇ ਵੀ ਤਰ੍ਹਾਂ ਦੇ ਪੋਸਟਰ ਲਵਾਉਣ ਦੀ ਜ਼ਰੂਰਤ ਨਹੀਂ ਹੁੰਦੀ। ਔਰ ਪਾਕਿਸਤਾਨ ਦੇ ਵਿੱਚ ਇਹ ਪੋਸਟਰ ਲੱਗਣ ਦਾ ਕਾਰਨ ਹੈ ਜਿਹੜਾ ਇੱਕ ਇਹ ਵੀ ਹੈ ਕਿ ਹੁਣ ਇੱਥੇ ਪੰਜਾਬੀ ਭਾਈਚਾਰੇ ਦੇ ਵਿੱਚ ਤਾਂ ਜੀ ਮਿੱਟੀ ਹੋ ਗਈ ਖਰਾਬ, ਤੇ ਹੁਣ ਕਿਉਂ ਨਾ ਪਾਕਿਸਤਾਨੀ ਵੋਟ ਨੂੰ ਪੁਖਤਾ ਰੱਖਣ ਦੇ ਲਈ ਆਪਾਂ ਕਈ ਦਿਨਾਂ ਤੋਂ ਕਹਿੰਦੇ ਸੀ ਵੀ ਆਲ ਆਫ ਅ ਸਡਨ ਵਾਟ ਇਜ਼ ਹੈਪਨਿੰਗ, ਪਾਕਿਸਤਾਨੀ ਕਮਿਊਨਿਟੀ ਹੈ ਜਿਹੜੀ ਉਹਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ, ਪੋਸਟਰ ਲਵਾਉਣੇ, ਇੱਥੇ ਸਨਮਾਨ ਵੰਡਣੇ, ਉਹਨਾਂ ਦੇ ਹਰ ਸਮਾਗਮ 'ਤੇ ਜਾਣਾ, ਔਰ ਇਹਨਾਂ ਸਨਮਾਨਾਂ ਦਾ ਖਾਸ ਤੌਰ ਦੇ ਉੱਤੇ ਘਰ ਦੀ ਪਾਰਟੀ ਦੇ ਵਿੱਚ ਡਿਸਟਰੀਬਿਊਟ ਕਰਨਾ। ਲੈਟਸ ਫੇਸ ਇਟ, ਵੀ ਨੋ ਵੈਰੀ ਵੈਲ, ਜਿੱਥੇ ਆਪਣੇ ਆਪ ਨੂੰ ਬਚਾਉਣ ਦੀ ਗੱਲ ਹੁੰਦੀ ਹੈ ਉੱਥੇ ਸੁਖ ਧਾਲੀਵਾਲ ਕਾफ़ी ज़्यादा स्मार्टी गेम्स भी खेलता है, वी नो दैट। पर मुझे ये उम्मीद नहीं थी उनसे कि पाकिस्तान में जाकर अपने बिग बिग पोस्टर्स लगाए। वजह क्या है? इज़ इट जस्ट गेट वोट्स, या पाकिस्तान में इलेक्शन लड़ने का कोई इरादा तो नहीं है इनका? मे बी ही वॉन्ट्स टू रन इलेक्शन इन पाकिस्तान, हो सकता है, नेवर नो, लेकिन शायद इन्हें कानून नहीं पता होगा कि यू नो ही इज़ नेवर गोना गेट अ टिकट। लेकिन चलो, वो कहते यू नो काबुली पुलाव बनाने से ही मतलब होता है। ਅਸ਼ਨ ਨਾਲ ਸਵਾਲ ਇਹ ਵੀ ਹੈ, ਹੁਣ ਘਰਾਂ ਦੇ ਵਿੱਚ ਸਮਾਗਮ ਦੀ ਦੇਖੋ, ਮੈਂ ਗੱਲ ਕਰ ਰਹੀ ਸੀ ਨਾ ਵੀ ਕਈ ਗੱਲਾਂ ਦੇ ਵਿੱਚ ਸੁਖ ਧਾਲੀਵਾਲ ਬੜੀ ਸਮਾਰਟ ਗੇਮ ਖੇਲਦਾ। ਹਾਂਜੀ। ਔਰ ਉਹਦੇ ਵਿੱਚ ਪਤਾ ਹੁੰਦੇ ਹੋਏ ਕਿ ਇਹ ਜਿਹੜੇ ਅਸੀਂ ਐਥੀਕਲੀ ਨਹੀਂ ਦੇ ਸਕਦੇ ਜੀ ਪ੍ਰਸ਼ੰਸਾ ਪੱਤਰ ਜਾਂ ਮੈਡਲ ਨੇ, ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪ੍ਰਾਈਵੇਟਲੀ ਜਿਹੜੇ ਫੰਕਸ਼ਨ ਨੇ ਉਹਨਾਂ ਦੇ ਵਿੱਚ ਦੇ ਸਕਦੇ ਹਾਂ। ਇਹਦੇ ਨਾਲ ਨਾ ਤਾਂ ਦਫ਼ਤਰ ਦੇ ਉੱਤੇ ਕਿਸੇ ਤਰ੍ਹਾਂ ਦੀ ਕਾਰਗੁਜ਼ਾਰੀ ਆਉਂਦੀ ਆ, ਨਾ ਫੈਡਰਲ ਸਰਕਾਰ ਦੇ ਉੱਤੇ ਕਿਸੇ ਤਰ੍ਹਾਂ ਦੀ ਗੱਲ ਆਉਂਦੀ ਆ, ਸਿਰਫ ਮੇਰੇ ਤੇ ਹੀ ਆ, ਤੇ ਕੋਈ ਗੱਲ ਨਹੀਂ, ਮੇਰੇ ਕੀ, ਮੇਰੇ ਤੇ ਤਾਂ ਪੈਂਦੀਆਂ ਹੀ ਰਹਿੰਦੀਆਂ ਨੇ। even this is possible too, even this is ਸੁਖ ਧਾਲੀਵਾਲ ਦੇ ਮਾਮਲੇ 'ਚ even this is possible too। ਮੈਂ ਤਾਂ ਕਹਿੰਦੀ ਹੁੰਦੀ ਹਾਂ ਵੀ ਰੱਬ ਹੈ ਨੇ ਜਿਹੜਾ ਉਹ ਥੱਪੜ ਨਹੀਂ ਮਾਰਦਾ, ਚਪੇੜ ਨਹੀਂ ਮਾਰਦਾ, ਮੱਤ ਮਾਰ ਦਿੰਦਾ। ਪਿਛਲੇ ਕੁਝ ਸਮੇਂ ਤੋਂ ਤਾਂ ਉਹਦੀ ਮੱਤ ਹੀ ਮਾਰੀ ਪਈ ਹੈ। ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਸੁਖ ਧਾਲੀਵਾਲ ਦੀ ਮੱਤ ਹੀ ਮਰ ਗਈ ਹੈ। ਕੁਛ ਗੱਲਾਂ ਨੇ ਜਦੋਂ ਤੁਸੀਂ ਹਰ ਹਾਲਤ ਦੇ ਵਿੱਚ ਜਾਂ ਡੈਸਪੀਰੇਟ ਹੋ ਜਾਵੋ ਜਾਂ ਕਿਸ ਲੋਕਾਂ ਨੂੰ ਇੰਨਾ ਜ਼ਿਆਦਾ ਮੂਰਖ ਸਮਝਣਾ ਸ਼ੁਰੂ ਕਰ ਦੇਵੋ, ਯਾਦ ਰਹੇ ਇਹ ਸੁਨੇਹਾ ਮੇਰਾ ਸੁਖ ਧਾਲੀਵਾਲ ਨੂੰ ਵੀ ਹੈ। ਜਦੋਂ ਕੋਈ ਵੀ ਵਿਅਕਤੀ ਤੁਹਾਡੇ ਉੱਤੇ ਹੱਦ ਤੋਂ ਜ਼ਿਆਦਾ ਭਰੋਸਾ ਕਰਦਾ ਹੈ, ਇਹਦਾ ਭਾਵ ਹੈ ਕਿ ਤੁਹਾਨੂੰ ਉਹ ਮਾਣ ਦੇ ਰਿਹਾ ਹੈ। ਜੇ ਤੁਸੀਂ ਉਸ ਵਿਅਕਤੀ ਨੂੰ ਮੂਰਖ ਸਮਝ ਲਵੋ ਤਾਂ ਤੁਹਾਡੇ ਨਾਲੋਂ ਵੱਡਾ ਬਦਕਿਸਮਤ ਹੋਰ ਕੋਈ ਵਿਅਕਤੀ ਹੋ ਨਹੀਂ ਸਕਦਾ। ਵਿਸ਼ਵਾਸ ਦਾ ਪਾਤਰ ਬਣਨਾ, ਵਿਸ਼ਵਾਸ ਪ੍ਰਾਪਤ ਕਰਨ ਦੇ ਯੋਗ ਹੋਣਾ ਤੁਹਾਡੀ ਆਪਣੀ ਕਾਰਗੁਜ਼ਾਰੀ ਦੇ ਉੱਤੇ ਨਿਰਭਰ ਹੈ। ਇਹ ਕਦੋਂ ਸੋਚਾਂਗੇ? ਖਾਸ ਤੌਰ ਦੇ ਉੱਤੇ ਜਿੱਥੋਂ ਪਬਲਿਕ ਸਰਵਿਸ ਦੀ ਗੱਲ ਆਉਂਦੀ ਹੈ, ਉੱਥੇ ਤਾਂ ਜੇ ਤੁਹਾਡੇ ਮੂੰਹ ਦੇ ਵਿੱਚੋਂ ਨਿਕਲੀ ਹੋਈ ਗੱਲ ਦਾ ਹੀ ਭਰੋਸਾ ਹੈ ਨਹੀਂ, ਤੇ ਹਰ ਵਕਤ ਤੁਸੀਂ ਸਕੀਮਾਂ ਹੀ ਲਾਉਣੀਆਂ ਨੇ, ਕਿਤੇ ਚਾਚੇ ਭਤੀਜੇ ਸਕੀਮਾਂ ਲਾਈ ਜਾ ਰਹੇ ਨੇ, ਇੱਥੇ ਹੁਣ ਮਾਮੇ ਭਾਣਜੇ ਬਣ ਗਏ। ਭਾਰਤ ਤੇ ਪਾਕਿਸਤਾਨ ਦੇ ਵਿੱਚ ਪੇਕੇ ਸਹੁਰਿਆਂ ਦੀਆਂ ਜਿਹੜੀਆਂ ਗੱਲਾਂ ਨੇ
ਕਿ ਭਾਣਜੇ ਵਰਤੇ ਜਾ ਰਹੇ ਨੇ ਕਿ ਭਾਣਜੇ ਵਰਤ ਰਹੇ ਨੇ। ਮੈਂ ਮੰਨਦੀ ਹਾਂ ਭਾਣਜੇ ਸੋਚਦੇ ਹੈ ਕਿ ਅਸੀਂ ਪ੍ਰਾਪਤ ਕਰ ਰਹੇ ਹਾਂ, ਪਰ ਯਾਦ ਰਹੇ ਮਾਮਾ ਮਾਮਾ ਹੀ ਹੁੰਦਾ ਹੈ, ਮਾਮਾ ਮਾਮਾ ਹੀ ਹੁੰਦਾ ਹੈ। ਅਰੇ ਰਾਜਨੀਤਿਕ ਅਖਾੜੇ ਦੀ ਜਿੱਥੇ ਗੱਲ ਆਉਂਦੀ ਆ, ਰਾਜਨੀਤਿਕ ਤੌਰ 'ਤੇ ਪ੍ਰਾਪਤੀਆਂ ਦੀ ਗੱਲ ਆਉਂਦੀ ਆ, ਉੱਥੇ ਨਸੰਗ ਖੇਡ ਹੈ, ਰਿਸ਼ਤਿਆਂ ਦੀ ਤੋਹੀਨ ਹੈ। यही फ़र्क ਹੁੰਦਾ बनाए हुए रिश्तियाँ च और बने हुए रिश्तियाँ च। दीदी मुझे कल किसी ने कहा, कहते कि जब मैंने बात की, मैंने कहा क्वींस प्लेटिनियम जुबली एम्बलम नहीं दे सकते हो, इट्स रॉन्ग, ये तो फिनिश हो चुका है प्रोग्राम और इस तरह से किया हुआ है, एथिकली ये गलत है, रॉन्ग है। तो उन्होंने मुझे एक बात कही, कहते कि एक्सपायर्ड जो दवाइयाँ होती है ना, कभी कभी हम उसे बरत लेते हैं। अच्छा, तो एक्सपायर्ड दवाइयाँ जो है वो सेहत के लिए चाहे सही हो या ना हो, अपने मुफाद के लिए हम उसे सेल कर देते हैं, बरत लेते हैं। हम दूसरा ख़रीदना नहीं चाहते, पैसे वेस्ट नहीं करना चाहते, वी यूज़ इट, राइट। वो कहते हैं कि ये तो वही बात हुई ना, एक्सपायर्ड दवाइयाँ दे दिया किसी को। लेकिन सुख तालीवाल को ये बात अच्छी तरह पता होना चाहिए, ही शुड नो इट बेटर एज एन MP। नॉलेज नहीं है ये अलग बात है, बुद्धि में कमी है ये अलग बात है, लेकिन अगर किसी को इस तरह से सम्मान करना था तो उन्हें किंग्स अवार्ड्स देना चाहिए था। क्योंकि आजकल तो कोर्ट हाउस में भी जो जज है वो स्ट्रेट बता देता है QC नहीं यूज़ कर सकते, इट हैज़ टू बी KC। और एक MP आज भी क्वींस अवार्ड डिस्ट्रीब्यूट कर रहा है। आप हो सकता है कि कम्युनिटी को बेवकूफ़ बना दे, लेकिन उस कम्युनिटी के अंदर हर कोई बेवकूफ़ नहीं है। उस कम्युनिटी के अंदर लोग सवाल उठाने वाले भी हैं, जो महसूस करते हैं, देखते हैं, सुनते हैं और उसे ज़रूर आवाज़ उठाते हैं। ये पहले की बात नहीं है कि इस कम्युनिटी को कैंडी देकर कोने में बैठा दो तो ये बैठे रहेंगे, वोट देते रहेंगे। लेकिन इनके किसी ना कैंडिडेट को हमने लेना है, ना इनका किसी को आगे बढ़ने देना है। इस तरह के क्वींस जुबली एम्बलम देकर इनको खुश कर देना है। मे बी पार्ट ऑफ द कम्युनिटी इस चीज़ को एक्सेप्ट कर लेगा, लेकिन पार्ट ऑफ द कम्युनिटी डज नॉट एक्सेप्ट दैट। और ख़ास तौर से जब उन्हें ये पता चले कि सुख तालीवाल ने तो सीधा सीधा हमें बेच डाला, हाउ वुड दे फील? उनको महसूस किस तरह से होगा? दिस इज़ रॉन्ग, एथिकली रॉन्ग, यू कैन नॉट डू दिस टू अ कम्युनिटी। आवाज़ उठाना चाहिए। जब इस तरह से चुपके चुपके पॉलिटिशियंस काम करना शुरू कर दे तो उनसे पूछना चाहिए था, इस अवार्ड को आज यहाँ किसी के घर पे देने की क्या ज़रूरत है? बड़े बड़े फंक्शंस करते हो आप लोग, बड़े बड़े इवेंट्स करते हो, वहाँ पर हमारी कम्युनिटी को रिकॉग्नाइज क्यों नहीं किया जाता है? सिर्फ आकर कबाब खा के, पुलाव खा के, बिरयानी खा के ये अवार्ड्स बेवकूफ़ बना के देकर कम्युनिटी को चले जाना सही बात नहीं है। इट्स नॉट एथिकल, यू शुड नॉट बी डूइंग दैट। और कम्युनिटी को भी दावत देते, सुख तालीवाल अपने अरेंजमेंट कराते कि चलो ये कम्युनिटी ने काम किए, इनको भी अवार्ड देते। वैसे और दूसरे कम्युनिटी कम काम नहीं करते। चलो आपका फ़ैसला है, आपने चुना कि इस कम्युनिटी को अवार्ड देना, आपकी अपनी कोई मुफाद होगा, लेकिन फिर भी चुपके चुपके नहीं दिया जाता, सामने दिया जाता है, रिकॉग्नाइज किया जाता है और कम्युनिटी को शामिल किया जाता है और मज़हब के लोगों को शामिल किया जाता है और किंग्स अवार्ड दिया जाता है, ना कि क्वींस अवार्ड उन्हें दिया जाता है। कई सवाल इस तरह के पैदा हो रहे हैं। और वैसे भी जो फार्मेसी एक्सपायर्ड दवाइयाँ बेचते हैं उनके ऊपर बहुत बड़ा जुर्माना लग सकता है, फाइन्स हो सकता है, दरवाज़ा बंद हो सकता है उनका। तो इसलिए एक्सपायर्ड चीज़ों से दूर रहो। अगर इस कम्युनिटी को आपने इतना बेवकूफ़ समझा है तो लेट मी टेल यू वन थिंग, दे आर नॉट, दे आर एजुकेटेड पीपल इन दिस कम्युनिटी जो इस बात को महसूस कर रहे हैं कि वाकई एक एक्सपायर्ड अवार्ड उठाकर अपनी कम्युनिटी को देकर खुश करने की किसकी ख्वाहिश थी? क्या ये MP की ख्वाहिश थी या कम्युनिटी लीडर्स की ख्वाहिश थी? ਅੱਛਾ ਨਾ, ਤੁਸੀਂ ਐਕਸਪਾਇਰਡ ਦਵਾਈਆਂ ਦੀ ਗੱਲ ਕੀਤੀ ਹੈ ਨਾ, ਮੈਂ ਯਾਦ ਕਰਾ ਦਿਆਂ। ਹਾਂਜੀ, ਐਕਸਪਾਇਰਡ ਦਵਾਈਆਂ ਰਿਐਕਸ਼ਨ ਵੀ ਕਰ ਜਾਂਦੀਆਂ ਹੁੰਦੀਆਂ ਔਰ ਫਿਰ ਭੂਆ ਕਹਿੰਦਾ ਇਨਸਾਨ ਛੁੱਟ ਨਹੀਂ ਸਕਦਾ।
ਨਾਲ ਦੀ ਨਾਲ ਇਹ ਵੀ ਗੱਲ ਹੈ, ਇੱਕ ਗੱਲ ਮੈਂ ਹੋਰ ਵੀ ਤੁਹਾਡੇ ਨਾਲ ਸਾਂਝੀ ਕਰਨੀ। ਹਾਂਜੀ। ਇਹ ਕਿਸੇ ਨੇ ਮੇਰੇ ਨਾਲ ਸਾਂਝੀ ਕੀਤੀ, ਕਹਿੰਦੇ ਇਹ ਲਕੋਸ਼ ਪੋ ਕੇ ਜੇ ਅਵਾਰਡ ਜਿਹਾ ਕਿਉਂ ਦਿੱਤੇ ਗਏ, ਵਾਈ ਪਾਕਿਸਤਾਨੀ ਕਮਿਊਨਿਟੀ ਨੂੰ ਲੁਕੋ ਕੇ। ਇੱਕ ਆਪਣੀ ਕਮਿਊਨਿਟੀ ਐਕਟਿਵਿਸਟ ਕਹਿ ਸਕਦੇ ਹਾਂ, ਮਿਸਟਰ ਗੋਂਦਲ ਉਹਨਾਂ ਦੇ ਘਰੇ ਕਹਿੰਦੇ ਇਹ ਸਮਾਰੋਹ ਜਿਹੜਾ ਸਮਾਗਮ ਹੈ ਰੱਖ ਲਿਆ ਗਿਆ। ਕਹਿੰਦੇ ਐਂ ਲੱਗਦਾ ਜਿਸ ਤਰ੍ਹਾਂ ਨੂੰ ਚੋਰੀ ਜੇ ਹੁੰਦਾ ਹੈ ਨਾ। ਮੈਂ ਕਿਹਾ ਉਸ ਨੁਕਤੇ ਤੋਂ ਮੈਂ ਸੋਚਣਾ ਸ਼ੁਰੂ ਕੀਤਾ, ਵਾਟ ਇਜ਼ ਦ ਰੀਜ਼ਨ ਬਿਹਾਈਂਡ ਇਟ। ਪਬਲਿਕ ਵੱਲੋਂ ਪਬਲਿਕ ਦੇ ਇੱਕ ਬੰਦੇ ਨੂੰ ਉਹਦੇ ਕੀਤੇ ਹੋਏ ਕੰਮਾਂ ਲਈ ਜਾਂ ਉਹਦੀ ਕੰਟਰੀਬਿਊਸ਼ਨ ਲਈ ਸਨਮਾਨਿਤ ਕੀਤਾ ਜਾ ਰਿਹਾ, ਤੈਨੂੰ ਲੁਕਾਉਣ ਦੀ ਕੀ ਲੋੜ ਹੈ? ਤੈਨੂੰ ਲੁਕਾਉਣ ਦੀ ਕੀ ਲੋੜ ਹੈ? ਪਰ ਫਿਰ ਨਾਲ ਹੀ ਮੇਰੇ ਦਿਮਾਗ 'ਚ ਇਹ ਵੀ ਗੱਲ ਆ ਗਈ ਵੀ ਚੋਰੀ ਦਾ ਗੁੜ ਖਾਣ ਵਾਲਿਆਂ ਨੂੰ ਚੋਰੀ ਦਾ ਗੁੜ ਹੀ ਮਿੱਠਾ ਲੱਗਦਾ, ਜਦੋਂ ਕਿ ਗੁੜ ਤਾਂ ਮਿੱਠਾ ਹੀ ਹੁੰਦਾ। ਇੱਥੋਂ ਪਤਾ ਲੱਗਦਾ ਸਲੀਕਾ ਤੇ ਮਨਸ਼ਾ। ਜਿਸ ਵਿਅਕਤੀ ਦੇ ਵਿੱਚ ਜੋ ਕਰ ਰਿਹਾ ਹੈ, ਜੋ ਹੈ, ਜੋ ਉਹਦੀ ਚੋਣ ਹੈ, ਉਸ ਨੂੰ ਜ਼ਿਆਦਾ ਤੌਰ ਦੇ ਉੱਤੇ ਸਵੀਕਾਰ ਕਰਨ ਤੇ ਫਖਰ ਮਹਿਸੂਸ ਕਰਨ ਦੀ ਜਿਸ ਦੇ ਵਿੱਚ ਕੈਪੈਸਿਟੀ ਹੈ ਨਹੀਂ, ਤਾਂ ਇਹੋ ਜਿਹਾ ਬੰਦਾ ਕੋਈ ਬੰਦਾ ਹੁੰਦਾ ਯਾਰ। ਕਿਸੇ ਨੂੰ ਸਨਮਾਨਿਤ ਕਰਨਾ ਹੈ, ਮੈਨੂੰ ਪਤਾ ਕਈ ਲੋਕ ਇਸ ਗੱਲ ਨੂੰ ਕਹਿਣਗੇ ਦੇਖਿਆ ਅਸੀਂ ਤਾਂ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਹੈ, ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੱਸਦੇ ਹੋ। ਉਸ ਤੋਂ ਪਹਿਲਾਂ ਸਾਰੀ ਦੀ ਸਾਰੀ ਕਮਿਊਨਿਟੀ ਨੂੰ ਇਨਵਾਈਟ ਕਰੋ ਕਿ ਹਾਂ ਸਾਡੀ ਇਸ ਕਮਿਊਨਿਟੀ ਦੇ ਆਹ ਬੰਦੇ ਨੇ, ਇਹਨਾਂ ਨੂੰ ਅਸੀਂ ਆਹ ਇਨਾਮ ਦੇ ਰਹੇ ਹਾਂ, ਇਹਨਾਂ ਦੀ ਆਹ ਕੰਟਰੀਬਿਊਸ਼ਨ ਹੈ, ਉਹ ਵੀ ਮਹਿਸੂਸ ਕਰਨ ਫਖਰ। ਬਾਕੀ ਆ ਜਿਹੜਾ ਚੋਰੀ ਦਾ ਕੰਮ ਆ, ਇਹ ਤਾਂ ਐਂ ਹੀ ਆ ਵੀ ਲਕੋਸ਼ ਪੋ ਕੇ ਸਹੇਲੀ ਰੱਖਣ ਵਾਲੀ ਗੱਲ ਆ, ਜੋ ਬਾਅਦ 'ਚ ਪਤਾ ਲੱਗਾ ਸੋ ਵਾਟ। ਰਿਸ਼ਤਾ ਕੋਈ ਵੀ ਹੋਵੇ, ਪਬਲਿਕ ਦੇ ਨਾਲ ਹੋਵੇ ਜਾਂ ਨਿੱਜੀ ਹੋਵੇ, ਅਗਰ ਉਸ ਰਿਸ਼ਤੇ ਦੇ ਉੱਤੇ ਤੁਸੀਂ ਖੁਦ ਮਾਣ ਮਹਿਸੂਸ ਨਹੀਂ ਕਰਦੇ ਤਾਂ ਉਹ ਰੱਖਣਾ ਵੀ ਕਾਹਦਾ, ਉਹ ਨਖਿੱਧ। ਅਗਰ ਕੋਈ ਵੀ ਚੁਣਿਆ ਹੋਇਆ ਨੁਮਾਇੰਦਾ, ਸੁਖ ਧਾਲੀਵਾਲ ਨੇ ਜਿਸ ਤਰ੍ਹਾਂ ਕੀਤਾ, ਸੁਖ ਧਾਲੀਵਾਲ ਨੂੰ ਅਗਰ ਇਹ ਸਾਡੇ ਕਮਿਊਨਿਟੀ ਮੈਂਬਰਸ ਦੀ ਕਾਰਗੁਜ਼ਾਰੀ ਦੇ ਉੱਤੇ ਇੰਨਾ ਜ਼ਿਆਦਾ ਮਾਣ ਆ ਔਰ ਇਹ ਅਵਾਰਡ ਉਹਨਾਂ ਨੂੰ ਦੇਣੇ ਨੇ, ਤਾਂ ਸਾਰਿਆਂ ਨੂੰ ਬੁਲਾਓ, ਖੁੱਲ੍ਹਾ ਸੱਦਾ ਸਾਰਿਆਂ ਨੂੰ ਦਿਓ, ਇੱਕ ਥਾਂ 'ਤੇ ਪ੍ਰੋਗਰਾਮ ਆਯੋਜਿਤ ਕਰੋ ਔਰ ਉੱਥੇ ਇਹਨਾਂ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕਰੋ, ਤਾਂ ਕਿ ਬਾਕੀਆਂ ਦੇ ਲਈ ਇਹ ਉਦਾਹਰਨ ਬਣ, ਪ੍ਰੋਤਸਾਹਿਤ ਹੋਣ ਹੋਰ ਲੋਕ ਵੀ ਕਮਿਊਨਿਟੀ ਦੇ ਵਿੱਚ ਕੰਮ ਕਰਨ ਲਈ, ਅਗਾਂਹ ਵਧਣ ਦੇ ਲਈ। ਤਾਂ ਇਹਨੂੰ ਕਿਸੇ ਦੇ ਘਰ ਦੇ ਵਿਹੜੇ ਦੇ ਵਿੱਚ ਮਨਾਉਣ ਦਾ ਕੀ ਮਤਲਬ? ਸੁੱਖ ਨਾਲ 20 ਸਾਲਾਂ 'ਚ ਕਮਾਈਆਂ ਤਾਂ ਇੰਨੀਆਂ ਕੁ ਹੈਗੀਆਂ ਕਿ ਇੱਕ ਇਹੋ ਜਿਹਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਸਕਦਾ ਹੈ ਜਿਸ ਦੇ ਵਿੱਚ ਖੁੱਲ੍ਹਾ ਸੱਦਾ ਸਾਰੇ ਭਾਈਚਾਰੇ ਨੂੰ ਦਿੱਤਾ ਜਾਵੇ। ਇੱਥੇ ਮਨਸ਼ਾ ਆਸ਼ਾ ਨਾ ਕਲੀਅਰ ਹੁੰਦੀ ਹੈ ਆਪਣੇ ਮਤਲਬ ਦੀ, ਜਿਹੜੀ ਕਿ ਅਨਫੋਰਚੂਨੇਟਲੀ ਪੋਲੀਟੀਕਲ ਪਾਰਟੀਆਂ ਨੂੰ, ਮੇਰਾ ਕਾ ਫੀਡਬੈਕ ਵੀ ਇਹੋ ਜਿਹੇ ਪੋਲੀਟੀਸ਼ੀਅਨਾਂ ਨੇ ਦਿੱਤੀ ਹੋਣੀ ਆ ਜਿਹੜੇ ਹਰ ਹਾਲਤ ਦੇ ਵਿੱਚ ਆਪਣੇ ਆਪ ਨੂੰ ਬਹਾਲ ਰੱਖਣਾ ਚਾਹੁੰਦੇ ਆ। ਅੱਜ ਕੱਲ੍ਹ ਪ੍ਰੋਫਾਈਲਿੰਗ ਦੇ ਉੱਤੇ ਨਾ ਆਸ਼ਾ ਨਾ ਬੜਾ ਲੋਕੀ ਪਸੰਦ ਨਹੀਂ ਕਰਦੇ ਕਿ ਉਹਨਾਂ ਦੇ ਰੰਗ, ਨਸਲ, ਜ਼ਬਾਨ, ਖਾਣ ਪੀਣ ਤੇ ਪਹਿਰਾਵੇ ਦੇ ਆਧਾਰਿਤ ਦੇ ਉੱਤੇ ਉਹਨਾਂ ਨਾਲ ਵੱਖਰੀ ਤਰ੍ਹਾਂ ਦਾ ਵਿਹਾਰ ਕੀਤਾ ਜਾਵੇ। ਉਹਨੂੰ ਕਹਿੰਦੇ ਨੇ ਪ੍ਰੋਫਾਈਲਿੰਗ ਕਰਨੀ, ਔਰ ਉਹਦੇ ਆਧਾਰ 'ਤੇ ਉਹਨਾਂ ਦੇ ਨਾਲ ਵੱਖਰਾ ਵਿਹਾਰ ਕਰਨਾ। ਆ ਮੈਨੂੰ ਸਾਰਾ ਕੁਝ ਉਹੀ ਕੁਛ ਲੱਗਦਾ ਹੈ। ਅਸੀਂ ਕਹਿੰਦੇ ਅਸੀਂ ਰੇਸਿਸਟ ਹੈ ਨਹੀਂ, ਅਸੀਂ ਕਹਿੰਦੇ ਅਸੀਂ ਇੱਕ ਦੂਸਰੇ ਨਾਲ ਨਸਲਵਾਦ ਨਹੀਂ ਕਰਦੇ, ਔਰ ਨਸਲਵਾਦ ਨਹੀਂ ਤਾਂ ਹੋਰ ਕੀ ਹੈ? ਕੀ ਨਿਊਟਨ ਦੇ ਵਿੱਚ ਸਿਰਫ ਮੁਸਲਿਮ ਭਾਈਚਾਰਾ ਰਹਿੰਦਾ, ਜਾਂ ਸਿਰਫ ਸਿੱਖ ਭਾਈਚਾਰਾ ਹੀ ਰਹਿੰਦਾ, ਜਾਂ ਸਿਰਫ ਹਿੰਦੂ ਭਾਈਚਾਰਾ ਹੀ ਰਹਿੰਦਾ? ਕੀ ਇਹ ਅਵਾਰਡ ਉਹਨਾਂ ਨੂੰ ਸਿਰਫ ਔਰ ਸਿਰਫ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਹੋਣ ਦੇ ਦਿੱਤੇ ਗਏ? ਲਾਸਟ ਟਾਈਮ ਮੈਂ ਚੈੱਕਡ, ਇਸ ਤਰ੍ਹਾਂ ਦਾ ਜਿਹੜਾ ਵਿਹਾਰ ਹੈ ਵੱਖਵਾਦੀ ਹੈ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਬਲਕਿ ਸਾਰਿਆਂ ਨੂੰ ਉੱਥੇ ਬੁਲਾ ਕੇ ਉਹਨਾਂ ਦੇ ਵਿੱਚ ਇਹੋ ਜਿਹੇ ਜਿਹੜੇ ਲੋਕ ਕੰਮ ਕਰਦੇ ਆ ਕਮਿਊਨਿਟੀ ਲਈ, ਉਹਨਾਂ ਦੀ ਕੋਈ ਵੀ ਕੰਟਰੀਬਿਊਸ਼ਨ ਹੈ, ਉਸ ਦੇ ਲਈ ਤੁਸੀਂ ਸਨਮਾਨਿਤ ਕਰਦੇ ਹੋ ਤਾਂ ਦੂਸਰਿਆਂ ਨੂੰ ਇਨਕਰੇਜਮੈਂਟ ਮਿਲਦੀ ਹੈ। ਨਾ ਕਿ ਚੱਲ ਬਈ ਮਾਮਾ ਪਾਕਿਸਤਾਨ, ਹਾਂ ਬਈ ਭਾਣਜਾ ਹੁਣ ਹਿੰਦੁਸਤਾਨ, ਫਿਰ ਆ ਗਏ ਜੀ ਅਸੀਂ ਕੈਨੇਡਾ। ਇਸ ਤਰ੍ਹਾਂ ਦੇ ਜਿਹੜਾ ਛਛੋਰਾਪਣ ਹੈ, ਦੈਟ ਵਾਜ਼ ਬੈਕ ਇਨ ਕਾਲਜ ਟਾਈਮ ਔਰ ਸਕੂਲ ਟਾਈਮਸ, ਜਦੋਂ ਕਾਲਜ ਦੇ ਵਿੱਚ ਪ੍ਰੈਪ ਫਸਟ ਈਅਰ ਹੁੰਦੇ ਸੀ ਤਾਂ ਇਹ ਕੁਛ ਹੁੰਦਾ ਸੀ। ਹੁਣ ਤਾਂ 60-72 ਦੇ ਹੋ, 70-72 ਦੇ ਨੇੜੇ ਹੋ।
ਇਹ ਜੇ ਕੰਮ ਜੱਚਦੇ ਨਹੀਂ ਆਸ਼ਨ। वैसे क्वीन एलिजाबेथ प्लेटिनियम जुबली एम्बलम जो दिया गया है, मामा ने भांजा को दे दिया, मामा ने अपने दोस्त मित्र को दे दिया, कोई मौलाना को मिल गया। ये सारी बातें कल से लोग मुझे मेरे फ़ोन पे मैसेजेस आकर मैं देख कर बड़ी परेशान हो रही हूँ। लोगों ने सोशल मीडिया पे वीडियोस डाले हुए जिसमें सुख तालीवाल खुद कह रहा अब मैं ये अवार्ड ये दे रहा हूँ अपने बहुत ही लॉन्ग टाइम फ्रेंड नू। सो दीज आर द थिंग्स कम्युनिटी देख रही है। एथिकल पॉलिटिशियन नहीं हो सकते, ही कैंट बी। अब जैसे आपको पता है इनके ऊपर इनकम टैक्स फ्रॉड चार्जेस लगे हुए हैं, प्लीड गिल्टी की है, फाइन पे की हुई है। अब ये इनसे एथिकल काम की कौन सी उम्मीद रख सकते हो? यही सब कुछ होगा। कल सोशल मीडिया पे एक पोस्ट पर मैंने पोस्ट डाली थी, उसके बारे में अगले ब्रेक के बाद ज़रूर आपको बताऊंगी कि उस पोस्ट के साथ उस पोस्ट के जो ऑनर है उसने मेरे साथ क्या किया, ये आपको बताने जा रही हूँ। इंतज़ार कीजिए। ਤੁਸੀਂ ਸੁਣ ਰਹੇ ਹੋ ਮੀਡੀਆ ਵੇਵਸ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਆਪਣੇ ਬਿਜ਼ਨਸ ਨੂੰ ਵਧਾਉਣ ਲਈ, ਐਡਵਰਟਾਈਜ਼ਮੈਂਟ ਕਰਾਉਣ ਲਈ, ਵਧੀਆ ਡੀਲਸ ਲਈ ਸਾਡੇ ਨਾਲ ਸੰਪਰਕ ਕਰੋ 6044494444 604 449 3333। ਸੁਣਦੇ ਰਹੋ ਮੀਡੀਆ ਵੇਵਸ। ਭੈਣ ਜੀ ਘਰ ਬਹੁਤ ਸੋਹਣਾ ਹੈ ਪਰ ਅੰਦਰੋਂ ਤਾਂ ਲਿਸ਼ਕਾ ਮਾਰਦਾ, ਲੱਗਦਾ ਪੂਰਾ ਘਰ ਰੈਨੋਵੇਟ ਕਰਵਾਇਆ। ਨਾ ਜੀ ਨਾ, ਇਹ ਸਾਰਾ ਕਮਾਲ ਤਾਂ ਪੈਰਾਮਾਉਂਟ ਕਾਰਪੈਟ ਕਲੀਨਿੰਗ ਦੇ ਮਾਨ ਸਾਹਿਬ ਦਾ ਹੈ ਔਰ ਇਹਨਾਂ ਪਾਸ ਹੈਵੀ ਡਿਊਟੀ ਟਰੱਕ ਮਾਊਂਟ ਸਟੀਮ ਕਲੀਨਿੰਗ ਸਿਸਟਮ ਹੈ। ਇਸੇ ਕਰਕੇ ਕਾਰਪੈਟ ਕਲੀਨਿੰਗ ਤੋਂ ਲੈ ਕੇ ਅਪਹੋਲਸਟਰੀ, ਮੈਟਰੈਸ ਕਲੀਨਿੰਗ ਦੇ ਨਾਲ ਨਾਲ ਡਕ ਕਲੀਨਿੰਗ ਤੇ ਫਰਨੈਸ ਕਲੀਨਿੰਗ ਕਰਦੇ ਹੈ। ਹੋਰ ਸੁਣੋ, ਟਾਇਲ ਤੇ ਗਰਾਊਟ ਕਲੀਨਿੰਗ ਕਰਕੇ ਫਲੋਰ ਟਾਇਲਸ ਤੇ ਕਿਚਨ ਵਾਸ਼ਰੂਮ ਟਾਇਲਸ ਨੂੰ ਸਟੀਮ ਕਲੀਨਿੰਗ ਦੇ ਨਾਲ ਨਵੀਆਂ ਨਕੋਰ ਬਣਾ ਦਿੱਤਾ। ਕਮਰਸ਼ੀਅਲ ਬਿਲਡਿੰਗ, ਆਫਿਸਿਸ, ਬੈਂਕਟ ਹਾਲ ਦੇ ਵਿੱਚ ਵੀ ਸੇਵਾਵਾਂ ਦੇਣ ਦੇ ਮਾਹਰ ਮਾਨ ਸਾਹਿਬ ਨੂੰ ਕਰੋ ਕਾਲ 6048613600 ਪੈਰਾਮਾਉਂਟ ਕਾਰਪੈਟ ਕਲੀਨਿੰਗ। ਓਹੋ, ਰਾਤ ਦੇ 2 ਵੱਜ ਗਏ, ਭੁੱਖ ਨਾਲ ਢਿੱਡ 'ਚ ਚੂਹੇ ਦੌੜਦੇ ਨੇ। ਚੱਲ ਇਹਨਾਂ ਨੂੰ ਵੀ ਖਿਲਾ ਪਿਲਾ ਦਿੰਨੇ ਆ। ਪਾਇਲ ਬਿਜ਼ਨਸ ਸੈਂਟਰ 'ਚ ਪਾਇਲ ਚਾਟ ਹਾਊਸ 24 ਆਵਰ ਖੁੱਲ੍ਹਦੇ ਨੇ। ਸਵੇਰੇ 4 ਵਜੇ ਤੋਂ ਲੈ ਕੇ 11 ਵਜੇ ਤੱਕ ਹਰ ਤਰ੍ਹਾਂ ਦੇ ਪਰੌਂਠਿਆਂ ਦਾ ਬਣੋ ਆਨੰਦ। ਬਾਕੀ 24 ਘੰਟੇ ਹਰ ਤਰ੍ਹਾਂ ਦੇ ਤੰਦੂਰੀ, ਵੈਜ, ਨਾਨ ਵੈਜ ਖਾਣੇ ਆਰਡਰ ਕਰੋ ਜਾਂ ਫਿਰ ਬੈਠ ਕੇ ਖਾਓ 6045961990। ਪਾਇਲ ਚਾਟ ਹਾਊਸ ਆਉਣ ਲੱਗੇ ਬਿੱਟੂ ਲਈ ਗੋਟ ਮੀਟ ਵੀ ਲੈ ਆਵਾਂਗੇ। ਹੋਰ ਤਾਂ ਹੋਰ, ਪਾਰ ਤੇ 100 ਬੰਦੇ ਤੱਕ ਦੀ ਕੇਟਰਿੰਗ ਘਰ ਜਾ ਕੇ ਤੰਦੂਰ ਲਾ ਕੇ ਕਰਦੇ ਨੇ। ਅੱਜ ਹੀ ਕਰੋ ਕੇਟਰਿੰਗ ਬੁੱਕ 6045187444 ਪਾਇਲ ਚਾਟ ਹਾਊਸ। ਮਿੱਤਰਾਂ ਦੇ ਫੰਕਸ਼ਨ ਤੇ ਰਾਤੀ ਲੱਗੀਆਂ ਮਹਿਫਲਾਂ, ਰਿਫਲੈਕਸ਼ਨ ਬੈਂਕਟ ਹਾਲ ਤੇ ਨਾਰੇ। Reflection Banquet and Convention Center, a new and best hall in Surrey. Modern, elegant, top class, big patios के साथ, best food, lots of variety. You want to give the best to your guests? Party book करो Reflection Banquet and Convention Center ते 6046185114 6638 152 A Street, Surrey. Reflection Banquet and Convention Center. ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਵੇਚਣਾ ਚਾਹੁੰਦੇ ਹੋ? ਫਾਈਨ ਪ੍ਰਿੰਟਸ ਨੂੰ ਪੜ੍ਹਨਾ ਤੇ ਸਮਝਣਾ ਅਤਿਅੰਤ ਜ਼ਰੂਰੀ ਹੈ। ये सिर्फ और सिर्फ भरोसेमंद रियल्टर ही कर सकते हैं। घर बेचन दा मन बनाया या घर खरीदना चाहते हो, सही ते भरोसेयोग सलाह दे लिए कॉल करो 30 साल दा तजुर्बा रखन वाली रियल्टर कुलजीत कौर नू। SRS Panorama Realty 6047679992 604 767 9992 कुलजीत कौर। जय दोस्तों, आप सुन रहे www.mwlive.ca और आज का ये प्रोग्राम आप तक पहुंचा रहे हैं ब्लैक एंड वाइट आउटर बॉडी। किसी भी तरह के प्रॉब्लम हो चुकी है, एक्सीडेंट हो गया, खुदा ना खास्ता, तो ब्लैक एंड वाइट आउटर बॉडी का नाम ज़रूर याद रखो। आपसे पूछा जाएगा गाड़ी कहाँ भेजना है, ब्लैक एंड वाइट आउटर बॉडी। बेस्ट कस्टमर सर्विस देते हैं। इनके शोरूम इनके गराज से जब गाड़ी बाहर आती है तो ऐसा लगता है कि ब्रांड न्यू गाड़ी गराज से शोरूम से निकल रही है। तो ये जो काम करते हैं इसके लिए तो मैं गारंटी कर सकती हूँ ब्लैक एंड आउटर बॉडी वालों का काम बहुत ही ग्रेट है। ये प्रोफेशनल सर्विस देते हैं, परफेक्ट कलर मैचिंग करते हैं।
आज ही इनको कॉल करो, चाहे प्राइवेट क्लेम है या फिर ICBC क्लेम है। पुष्मिंदर गुरम के साथ बात करो 604-503-0988 या विजिट करो 16B 7823 132nd स्ट्रीट सरी। याद रखो, खुदा न खास्ता एक्सीडेंट हो गया है, बस आपको ये पूछा जाएगा कि गाड़ी कहाँ भेजना है, तो आपने बोलना है ब्लैक एंड वाइट ऑटो बॉडी। ग्रेट ब्लाइंड्स, अपने घर को खूबसूरत बनाना चाहते हो द बेस्ट ब्लाइंड्स के साथ, तो ग्रेट ब्लाइंड्स ही वो नाम है। इनके शोरूम है लोअर मेनलैंड में, यूनिट नंबर 14 13478 78th एवेन्यू सरी। फ़ोन नंबर 604-503-7007। US में अगर आप ब्लाइंड्स चाहते हो तो इनके US का लोकेशन है 3705 ओबर्न वे, ओबर्न वाशिंगटन स्टेट। फ़ोन नंबर 253-321-7007 या विज़िट करो info@greatblindscanada.com। इंश्योरेंस लेना चाहते हो, कभी कभी ऐसा होता है कि इंश्योरेंस के कवरेज आपके सही ना हो, लेकिन आपके दिमाग में ये है कि यही पॉलिसी मेरी है। नहीं, आप अपनी पॉलिसी को चेक कराओ। इंश्योरेंस कहीं से भी लिए हो, इंश्योरेंस एडवाइज़र अमरिंदर नड्डा को ज़रूर कॉल करो, आपके पॉलिसीज़ को पढ़कर आपको ज़रूर बताएंगे। आपको अगर लाइफ, टर्म, सुपर वीज़ा, ट्रैवल इंश्योरेंस, क्रिटिकल इलनेस, डिसेबिलिटी इंश्योरेंस की ज़रूरत है तो प्लान इंश्योरेंस के अमरिंदर नड्डा ਨੂੰ फ़ोन करो 604-363-2200 या विज़िट करो planinsurance.ca। प्लान इंश्योरेंस। और अगर स्वादिष्ट मिठाइयाँ चाहते हो या फिर वेज या नॉन वेज डिशेस चाहते हो, बेस्ट इन टाउन कहते हैं शाही केटरिंग स्वीट एंड रेस्टोरेंट वाले सरदार कुलविंदर सिंह पुनी को फ़ोन करो। किसी भी तरह के केटरिंग करवाना चाहते हैं, इनके हॉल बुकिंग करना चाहते हैं, 150 पीपल के कैपेसिटी पार्टी है अगर आपकी, तो आप इनके हॉल्स ज़रूर बुक करो। बेस्ट खाने आपको तैयार करके देंगे। शाही केटरिंग स्वीट एंड रेस्टोरेंट। और याद रखो, इनके गुड़ वाला बर्फ़ी खाना मत भूलिएगा, यू वुड लव इट। हर एक वक्त चाय पीने के साथ इनके गुड़ वाले बर्फ़ी आप ज़रूर खाओगे। हर किस्म के पराठे के लिए या कुलचा विद गोट मीट करी आज ही कांटेक्ट करो कुलविंदर सिंह पुनी को 604-671-1400 604-671-1400। और इनका पता है 12815 85th एवेन्यू सरी। शाही केटरिंग स्वीट्स एंड रेस्टोरेंट। ਮੀਡੀਆ ਵੇਵ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਤੌਰ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਇੱਕ ਰਾਣੀ ਦੇ ਆਪਣੇ ਬ੍ਰਿਟਿਸ਼ ਸਮਾਜ ਦੀ 70 ਸਾਲਾਂ ਤੱਕ, ਲੰਬੇ ਸਮੇਂ ਤੱਕ, 7 ਦਹਾਕਿਆਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਦੇ ਨਿਮਿਤ ਉਹਨਾਂ ਦੀ 70ਵੀਂ ਜਿਹੜੀ ਰਾਜ ਭਾਗ ਦੀ ਐਨਵਰਸਰੀ ਮਨਾਉਣ ਦੇ ਮੌਕੇ ਦੇ ਉੱਤੇ ਕਾਫੀ ਸਾਰੇ ਮੈਡਲ ਅਤੇ ਪ੍ਰਸ਼ੰਸਾ ਜਿਹੜੇ ਪੱਤਰ ਸੀ, ਐਕਨੋਲੇਜਮੈਂਟ ਪੱਤਰ ਸਨ, ਉਹ ਸਾਡੇ ਮੁਲਕ ਦੇ ਵਿੱਚ ਵੀ ਭੇਜੇ ਗਏ ਸਨ, ਜਿਸ ਦੀ ਜ਼ਿੰਮੇਵਾਰੀ ਖੇਤਰੀ ਇਲਾਕੇ ਦੇ MP ਜਿਸ ਨੇ ਜਿਹੜੇ ਉਹਨਾਂ ਦੇ ਨਾਂ ਸਿਰ ਲੱਗੀ ਸੀ ਕਿ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਬਿਹਤਰੀਨ ਕੰਮ ਕਾਰ ਕੀਤਾ ਅਤੇ ਉਸ ਦੇ ਲਈ ਤੁਸੀਂ ਜ਼ਰੂਰ ਇਹ ਵੰਡ ਵੰਡਈਆ ਜਿਹੜਾ ਰਾਣੀ ਵੀ ਚਲੀ ਗਈ, ਰਾਜ ਭਾਗ ਬਦਲ ਗਿਆ, ਰਾਣੀ ਦੀ ਥਾਂ 'ਤੇ ਹੁਣ ਰਾਜਾ ਆ ਗਿਆ। ਯਾਦ ਰਹੇ ਕਿ ਰਾਜੇ ਦੇ ਰਾਜ ਤਿਲਕ ਅਤੇ ਰਾਜ ਭਾਗ ਸੰਭਾਲਣ ਦੇ ਲਈ ਖੁਸ਼ੀ ਦੇ ਵਿੱਚ ਅਜੇ ਤੱਕ ਕਿਸੇ ਤਰ੍ਹਾਂ ਦੇ ਜਿਹੜੇ ਮੈਡਲ ਨੇ ਜਾਂ ਪ੍ਰਸ਼ੰਸਾ ਪੱਤਰ ਨੇ ਜਿਹੜੇ ਹਜੇ ਤੱਕ ਕੋਈ ਰਿਲੀਜ਼ ਨਹੀਂ ਹੋਏ, ਕੋਈ ਇਸ ਤਰ੍ਹਾਂ ਦੀ ਐਕਨੋਲੇਜਮੈਂਟ ਹਜੇ ਨਹੀਂ ਹੈ। ਪਰ ਇੰਗਲੈਂਡ ਦਾ, ਬ੍ਰਿਟਿਸ਼ ਦਾ ਰਾਜਾ ਹੈ ਹੁਣ ਚਾਰਲਸ, ਪਰ ਅਜੇ ਤੱਕ ਜਿਹੜੇ ਕਿ 5 ਫਰਵਰੀ 2023 ਨੂੰ ਸਮਾਪਤ ਹੋ ਜਾਣੇ ਸੀ ਮਹਾਰਾਣੀ ਕੁਈਨ ਐਲਿਜ਼ਾਬੈਥ ਦੇ 70 ਸਾਲਾਂ ਦੇ ਰਾਜ ਭਾਗ ਦੀ ਖੁਸ਼ੀ ਦੇ ਵਿੱਚ ਵੰਡਣ ਵਾਲੇ ਪ੍ਰਸ਼ੰਸਾ ਪੱਤਰ ਉਹਨਾਂ ਨੂੰ ਹੁਣ ਵੰਡਿਆ ਜਾ ਰਿਹਾ। ਅੱਛਾ ਨੇ ਇੱਕ ਨਾ ਮੈਨੂੰ ਗੱਲ ਯਾਦ ਆਉਂਦੀ ਹੈ, ਹਾਂਜੀ, ਜਦੋਂ ਸਵਾਲ ਇਹ ਉਠਾਇਆ ਗਿਆ ਨਾ ਵੀ ਇਹ ਨਿਰਧਾਰਤ ਸਮੇਂ ਦੇ ਵਿੱਚ 5 ਫਰਵਰੀ 2023 ਤੱਕ ਕਿਉਂ ਨਹੀਂ ਵੰਡੇ ਗਏ, ਕਿਉਂ ਨਹੀਂ ਲੋਕਾਂ ਨੂੰ ਦਿੱਤੇ ਗਏ। ਉਹਨਾਂ ਨੇ ਸਵਾਲ ਬੜੇ ਉਠਾਏ, ਕਹਿੰਦੇ ਬੀਬਾ ਨੰਬਰ 1 ਤਾਂ ਇਹ ਹੈ, ਕਹਿੰਦੇ ਆਪਣੇ ਆਪ ਦੇ ਵਿੱਚ ਹੀ ਕਹਿੰਦੇ ਮਸਤ ਰਹਿਣ ਵਾਲੇ ਜਿਹੜੇ ਚੁਣੇ ਹੋਏ ਸਾਡੇ ਸੁੱਖ ਨਾਲ MP ਨੇ, ਹਾਂਜੀ, ਕਹਿੰਦੇ ਉਹਨਾਂ ਨੂੰ ਕਿੱਥੇ ਯਾਦ ਹੋਣਾ, ਵਿਹਲੇ ਹੁਣ ਉਹਨਾਂ ਨੂੰ ਬੇਲ ਮਿਲੇ ਤਾਦਾ ਹੈ ਨਾ, ਸਾਰਾ ਦਿਨ ਤਾਂ ਬਿਜ਼ੀ ਰਹਿੰਦੇ, ਰਾਤ ਦਿਨ ਹਾਂਜੀ, ਚੁੱਲ੍ਹਾ ਛੱਡਦੇ ਨੇ, ਚੱਕੀ ਨੂੰ ਲੱਗ ਜਾਂਦੇ ਨੇ।
ਤੇ ਦੂਸਰੇ ਗੱਲ ਇਹ ਆ, ਕਹਿੰਦੇ ਦੇਰੀ ਸਵੇਰੀ ਤਾਂ ਵੀ ਹੋ ਸਕਦੀ ਹੈ। ਮੈਂ ਕਿਹਾ ਜੀ ਮੈਨੂੰ ਇਸ ਤਰ੍ਹਾਂ ਲੱਗਦਾ। ਕਹਿੰਦੇ ਕਿਵੇਂ? ਮੈਂ ਮੈਨੂੰ ਆਪਣੇ ਸਕੂਲ ਦੇ ਟਾਈਮ ਦੀ ਇੱਕ ਗੱਲ ਯਾਦ ਆ ਗਈ। ਹਾਂਜੀ। ਗੁਆਂਢਣ ਭਾਬੀ ਨੂੰ ਇੱਕ ਵਾਰੀ ਮੈਂ ਕਿਹਾ ਭਾਬੀ ਵੀ ਮੈਨੂੰ ਤਾਂ ਨਾ ਸਕੂਲ ਦੇ ਵਿੱਚ ਮੈਂ ਪੜ੍ਹਦੀ ਸੀ, 15 ਅਗਸਤ ਮਨਾਉਣਾ ਸੀ ਤੇ ਉੱਥੇ ਗਿੱਧਾ ਪਾਉਣਾ ਸੀ, ਤੇ ਮੈਨੂੰ ਚਾਹੀਦਾ ਸੀ ਘੱਗਰਾ ਤੇ ਕੁੜਤੀ ਪਾ ਕੇ ਗਿੱਧਾ ਪਾਉਣ ਦੇ ਲਈ। ਭਾਬੀ ਦਾ ਮੇਰੇ ਨਾਲ ਪਿਆਰ ਬੜਾ ਸੀ, ਆਪਣੀਆਂ ਧੀਆਂ ਦੀ ਤਰ੍ਹਾਂ, ਬੱਚੀਆਂ ਦੀ ਤਰ੍ਹਾਂ ਸਮਝਦੀ ਸੀ, ਔਰ ਮੇਰਾ ਲਟਪੌਰਾਪਣ ਉਸ ਵਕਤ ਤੇ ਹੱਦ ਤੋਂ ਜ਼ਿਆਦਾ ਸੀ। ਨਹੀਂ ਭਾਬੀ ਮੈਂ ਪਾਉਣਾ। ਤੇ ਭਾਬੀ ਨੇ ਆਪਣੇ ਵਿਆਹ ਦੀ ਬਰੀ ਦੇ ਉਹ ਘੱਗਰਾ ਤੇ ਕੁੜਤੀ ਕੱਢ ਕੇ ਮੈਨੂੰ ਦਿੱਤੇ, ਨਾਲ ਗੋਟੇ ਵਾਲੀ ਚੁੰਨੀ, ਤੇ ਮੈਂ ਪਾ ਕੇ ਬੜੀ ਖੁਸ਼ ਹੋਈ ਵੀ ਮੇਰੀ ਭਾਬੀ ਨੇ ਮੈਨੂੰ ਦੇਖ ਕਿੰਨਾ ਸੋਹਣੇ ਘੱਗਰਾ ਤੇ ਕੁੜਤੀ ਦਿੱਤੀ ਹੈ, ਤੇ ਮੈਂ ਪਾ ਕੇ ਸਭ ਤੋਂ ਜ਼ਿਆਦਾ ਪਿਆਰੀ ਲੱਗੀ। ਹੋਰਾਂ ਦਾ ਤਾਂ ਪਤਾ ਨਹੀਂ ਮੈਨੂੰ, ਪਰ ਆਪਣੇ ਆਪ ਨੂੰ ਬੜਾ ਚੰਗਾ ਲੱਗਿਆ। ਧੰਨਵਾਦ ਸਹਿਯੋਗੀ ਪਾਰਟੀ ਦਾ, ਜਿਨ੍ਹਾਂ ਨੇ ਚੋਰੀ ਮੇਰੇ ਘੱਗਰਾ ਕੁੜਤੀ ਉੱਥੇ ਪਹੁੰਚਾਈ ਸਕੂਲ 'ਚ। ਉਸ ਨੇ ਮੈਨੂੰ ਬੜਾ ਚਾਅ ਦਿੱਤਾ, ਮੈਂ ਬੜੀ ਖੁਸ਼ ਹੋਈ। ਪਰ ਨਾਲ ਦੀ ਨਾਲ ਇੱਕ ਗੱਲ ਇਹ ਵੀ ਆਈ ਆਸ਼ਾ ਨਾ ਜ਼ਹਿਨ ਦੇ ਵਿੱਚ ਮੈਨੂੰ, ਕੱਲ੍ਹ ਦੀ ਜਦੋਂ ਮੈਂ ਸੋਚ ਰਹੀ ਹਾਂ ਵੀ ਭਾਬੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਉਹਦੀ ਵਰੀ ਦੇ ਉਹ ਕੱਪੜੇ ਸੀ ਜਾਂ ਕਿ ਦਾਜ ਦੇ ਕੱਪੜੇ ਸੀ, ਪਰ ਉਹ ਸਮੇਂ ਸਿਰ ਖੁਦ ਨਾ ਪਹਿਨ ਸਕੀ, ਨਾ ਹੀ ਉਹ ਸਮੇਂ ਸਿਰ ਉਹਨਾਂ ਨੂੰ ਹੰਢਾ ਸਕੀ। ਜਦੋਂ ਉਹਨੇ ਮੈਨੂੰ ਦਿੱਤੇ ਉਦੋਂ ਮੈਂ ਇੱਕ ਵਾਰੀ ਪਾਏ ਤੇ ਦੂਜੀ ਵਾਰੀ ਉਹਦੇ ਫੂਸੜੇ ਉੱਡ ਗਏ। ਹਰ ਚੀਜ਼ ਦਾ ਇੱਕ ਸਮਾਂ ਨਿਰਧਾਰਤ ਹੁੰਦਾ ਹੈ। ਦਾਜ ਦੇ ਵਿੱਚ ਦਿੱਤੇ ਹੋਏ ਕੱਪੜੇ ਲੱਤੇ ਦਾ ਵੀ ਅਗਰ ਉਹਦੀ ਵਕਤ ਸਿਰ ਵਰਤੋਂ ਨਾ ਕੀਤੀ ਜਾਵੇ ਤਾਂ ਉਹ ਐਸੇ ਤਰੀਕੇ ਨਾਲ ਖੱਜਲ ਖੁਆਰ ਹੁੰਦੀ ਹੈ। ਔਰ ਬਹੁਤੀਆਂ ਮਾਈਆਂ ਨੇ ਪੁਰਾਣੇ ਵਕਤ ਦੇ ਵਿੱਚ, ਹੁਣ ਵੀ ਅੱਜ ਵੀ ਲੋਕ ਹਨ ਜਿਹੜੇ ਕਿ ਵਕਤ ਸਿਰ ਚੀਜ਼ ਦੀ ਵਰਤੋਂ ਨਹੀਂ ਕਰਦੇ, ਉਸ ਨੂੰ ਜ਼ਿਆਦਾ ਸੰਭਾਲਦੇ ਆ। ਸਹੀ ਟਾਈਮ ਆਊਗਾ ਦੇਖਾਂਗੇ, ਉਦੋਂ ਦੇਖਾਂਗੇ, ਕਿਤੇ ਕੰਮ ਆ ਜਾਏਗਾ। ਕੀ ਇਹ ਪ੍ਰਸ਼ੰਸਾ ਪੱਤਰ ਕਿਤੇ ਸਾਡੇ ਵਕਤ ਸਿਰ ਕੰਮ ਆਉਣਗੇ, ਉਦੋਂ ਕੱਢਾਂਗੇ। ਉਸੇ ਆਸ ਦੇ ਵਿੱਚ ਇੰਨੇ ਜ਼ਿਆਦਾ ਲੇਟ ਹੋਇਆ, ਉਸੇ ਆਸ ਦੇ ਵਿੱਚ ਇੰਨਾ ਜ਼ਿਆਦਾ ਲੇਟ ਹੋਇਆ, ਜਾਂ ਕਿ ਹੁਣ ਇਸ ਪ੍ਰਕਾਰ ਵਕਤ ਆ ਗਿਆ ਕਿ ਜੇ ਹੁਣ ਨਾ ਵਰਤੇ ਗਏ ਤਾਂ ਇਹ ਜਮਾਂ ਹੀ ਬੇਕਾਰ ਹੋ ਜਾਣੇ ਨੇ, ਜਾਂ ਕਿ ਇਹਨਾਂ ਦੀ ਹੁਣ ਵਰਤੋਂ ਕਰ ਲਈ ਜਾਏ ਕਿਉਂਕਿ ਇਹਦੇ ਵਿੱਚੋਂ ਆਹ ਮਕਸਦ ਤੇ ਮਤਲਬ ਸਾਡਾ ਪੂਰਾ ਹੋਣਾ ਹੈ। ਕਿੰਨੇ ਨੁਕਤੇ ਨੇ ਇਸ ਦੇ ਵਿੱਚੋਂ ਨਿਕਲਦੇ ਜਿਨ੍ਹਾਂ 'ਤੇ ਮੈਂ ਪੜਚੋਲ ਜ਼ਰੂਰ ਕਰਾਂਗੀ। ਔਰ ਯਾਦ ਰਹੇ, ਇਹੋ ਜਿਹੇ ਨਤੀਜੇ ਸੰਬੰਧਿਤ ਵਿਅਕਤੀਆਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਿਹਾਰ ਨੇ ਉਹੀ ਨਿਰਧਾਰਿਤ ਕਰਦੇ ਨੇ। ਔਰ ਸੁੱਖ ਨਾਲ ਕਮਿਊਨਿਟੀ ਦੇ ਸਾਰੇ ਜਾਣੇ ਪਛਾਣੇ ਲੋਕ ਨੇ, ਇਹਨਾਂ ਦੇ ਔਰ ਸੁੱਖ ਧਾਲੀਵਾਲ ਦੇ ਵਰਤਾਰੇ ਤੋਂ ਇਹ ਪਤਾ ਚੱਲੂਗਾ ਆਸ਼ਾ ਨਾ। ਵੈਸੇ ਇੰਨੀ ਗੱਲ ਪੱਕੀ ਹੈ ਬਈ ਭੁੱਖੇ ਜੱਟ ਨੂੰ ਕਟੋਰਾ ਥਿਆਇਆ, ਪਾਣੀ ਪੀ ਆਫਰਿਆ, ਉਹ ਵਾਲੀ ਗੱਲ ਨਾ ਹੋਵੇ ਕਿਤੇ ਸਾਡੇ ਪਾਕਿਸਤਾਨੀ ਕਮਿਊਨਿਟੀ ਦੇ ਨਾਲ, ਕਿ ਹੁਣ ਤੱਕ ਤਾਂ ਸਾਨੂੰ ਇਕਨੋਲੇਜ ਹੀ ਨਹੀਂ ਕੀਤਾ ਗਿਆ। ਚਾਅ ਦੇ ਵਿੱਚ, ਇਕਨੋਲੇਜਮੈਂਟ ਦੇ ਵਿੱਚ ਹੀ ਕੁਝ ਲੋਕ ਸਿਰਫ ਆਪਣਾ ਨਿੱਜੀ ਮਫਾਦ ਉਠਾ ਜਾਣ। ਪੰਜਾਬੀ ਭਾਈਚਾਰੇ ਨੇ ਦੇਖਿਆ ਆਪਣਾ ਦੇ ਚਾਅ ਦੇ ਵਿੱਚ, ਜਿਸ ਦੇ ਵਿੱਚ ਪਾਕਿਸਤਾਨੀ ਪੰਜਾਬੀ ਭਾਈਚਾਰੇ ਨੇ ਵੀ ਬੜਾ ਸਾਥ ਦਿੱਤਾ ਪਿਛਲੇ 20 ਤੋਂ 30 ਸਾਲਾਂ ਦੀ ਰਾਜਨੀਤਿਕ ਅਖਾੜੇ ਦੇ ਵਿੱਚ ਚੁਣੇ ਹੋਏ ਨੁਮਾਇੰਦਿਆਂ ਦੀ। ਇਹ ਗੱਲ ਵੱਖਰੀ ਹੈ ਕਿ ਹੁਣ ਮੀਡੀਆ ਵੱਲੋਂ ਸਾਰਿਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕਰਨ ਦੇ ਵਕਤ ਦੇ ਦੌਰ ਦੇ ਵਿੱਚ ਹੁਣ ਸਾਰਾ ਕੁਝ ਭੋਲਾ ਬਣ ਵੀ ਇੰਨਾ ਨਹੀਂ ਰਿਹਾ। ਪਰ ਅਸੀਂ ਭੁੱਲ ਨਹੀਂ ਸਕਦੇ ਕਿ ਪਾਕਿਸਤਾਨੀ ਭਾਈਚਾਰੇ ਦੇ ਵਿੱਚ ਅੱਜ ਵੀ ਵੱਡੇ ਦੀ ਔਰ ਖ਼ਾਸ ਤੌਰ ਦੇ 'ਤੇ ਖਾਨਦਾਨ ਦੇ ਵਿੱਚ ਵੱਡੇ ਵਿਅਕਤੀ ਦੀ ਗੱਲ ਨੂੰ ਇੱਜ਼ਤ ਮਾਣ ਦਿੱਤਾ ਜਾਂਦਾ, ਉਹਦੀ ਰੱਖੀ ਜਾਂਦੀ ਹੈ। ਕਿ ਇਸ ਤਰ੍ਹਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਪਾਕਿਸਤਾਨੀ ਭਾਈਚਾਰੇ ਦੀ, ਉਹ ਮਾਸ਼ਰੇ ਦੇ ਤੌਰ 'ਤੇ ਗੁਣ ਦੀ ਕਿਸੇ ਆਪਣੇ ਮਤਲਬ ਲਈ, ਸੁੱਖ ਧਾਲੀਵਾਲ ਹੋਰੀ ਆਪਣੇ ਮਤਲਬ ਲਈ ਵਰਤੋਂ ਤੇ ਦੁਰਵਰਤੋਂ ਤੇ ਨਹੀਂ ਕਰ ਰਹੇ, ਕਿਉਂਕਿ ਸੁੱਖ ਨਾਲ BC ਯੂਨਾਈਟਿਡ ਦੇ ਕੈਵਨ ਫਾਲਕਨ ਵੀ ਨਾਲ ਨੇ। क्या केविन फाल्कन को नहीं पता था ये बात? ਕੈਵਨ ਫਾਲਕਨ ਵੀ ਨਾਲ ਨੇ। ਕੀ ਸੁੱਖ ਧਾਲੀਵਾਲ ਆਪਣੇ ਪੋਲੀਟੀਕਲ ਮਸਲਸ ਦਾ ਪ੍ਰਭਾਵ BC ਯੂਨਾਈਟਿਡ ਦੇ ਮੁਖੀ ਤੇ ਪਾਉਣਾ ਚਾਹੁੰਦੇ ਨੇ? ਕੈਂਡੀਡੇਟ ਬਣੇ ਹੋਏ ਜਾਂ ਕੈਂਡੀਡੇਟ ਬਣਨ ਦੀ ਲਾਲਸਾ ਦੇ ਵਿੱਚ ਜਿਹੜੇ ਵਿਅਕਤੀ ਨੇ ਉਹ ਉਹਨਾਂ ਦਾ ਸਾਥ ਦੇਣ ਲਈ ਲਾਮਬੰਦ ਹੋਏ ਜਾਂ ਮਜਬੂਰ ਨੇ, ਜਾਂ ਕਿ ਉਹਨਾਂ ਨੇ ਸੁੱਖ ਧਾਲੀਵਾਲ ਤੋਂ ਇਹ ਚੰਗੀ ਤਰ੍ਹਾਂ ਸਬਕ ਸਿੱਖ ਲਿਆ, ਗਾਉਂ ਭਨਾਵੇ ਜਾਉਂ, ਇਹ ਸਮਾਂ ਦੱਸੂਗਾ।
जी आशन। जी बिल्कुल दीदी, मैं आप लोगों को ज़रूर बताना चाहती हूँ कि कल सोशल मीडिया एक पोस्ट मैंने देखा था जहाँ पर असद गुंडाल के रेसिडेंस पे गेट टुगेदर हुई। किसी ने बड़े तस्वीरें वहाँ पर लगाए, सुख तालीवाल के, केविन फाल्कन के, पुनीत संदर के, और भी बहुत सारे लोग थे उस इवेंट में उनकी, जहाँ पर ये प्लेटिनियम जुबली एम्बलम दिए गए थे, जो टेक्निकली ये प्रोग्राम फरवरी 5 तारीख साल 2023 में बंद हो चुका था, लेकिन ये एक अनएथिकल काम सुख तालीवाल ने दोबारा किया। तो जब मैंने देखा उसे तो मैंने पोस्ट किया। मैं शायद उस बंदे की नाम नहीं बताना चाहती हूँ जिसका पोस्ट था, क्योंकि कम्युनिटी में उनके बिज़नेस भी है जो मैं डैमेज नहीं करना चाहती हूँ, बिकॉज़ आई नो अपनी कम्युनिटी जब इस तरह के हरकतें देखते हैं तो काफ़ी नाराज़ होते हैं। चलो आई एम गिविंग हिम अ बेनिफिट ऑफ डाउट कि उन्हें पता नहीं था कि कर क्या रहा है। वहाँ उसके पोस्ट पे मैंने लिखा एक कमेंट, मैंने लिखा, आई डोंट अंडरस्टैंड व्हाट वाज द एमपी सुख तालीवाल डूइंग at the get together at BCMA President's Place. Was he teaching how to do income tax fraud? क्योंकि अभी तक इनके खाते में, अगर आप गूगल करो सुख तालीवाल के खाते में और कोई काम नहीं नज़र आता है, बट इनके जो इनकम टैक्स फ्रॉड है वो आर्टिकल मेन स्ट्रीम मीडिया ने कवर की है, वो आप देख सकते। तो दैट्स व्हाट आई रोट। उस कमेंट को डिलीट कर दिया गया, तो मैं काफ़ी परेशान हुई कि वाई दिस कमेंट वाज डिलीटेड, व्हाट वाज द रीज़न दिस कमेंट वाज डिलीटेड। तो मैंने फिर उसको दोबारा कमेंट लिखा उसके पोस्ट पर। मैंने कहा, वाई यू डिलीटेड माई कमेंट्स, इफ़ यू कैंट फेस द ट्रूथ देन प्लीज़ डिलीट मी एज अ फ्रेंड, डोंट प्ले दिस गेम। जो मेरा हक भी बनता था, एंड आई वाज सपोज टू गेट एन आंसर कि वाई माई कमेंट्स वर डिलीटेड। फिर उसके बाद उन्होंने काफ़ी कमेंट्स लिखी जो अब उसके पोस्ट पे नहीं है, पर मैंने उसकी स्क्रीनशॉट ले ली है जो मेरे पास है। अगर कोई देखना चाहते हैं तो मैं आपको फॉरवर्ड कर सकती हूँ इस स्क्रीनशॉट को। उन्होंने लिखा, आई डोंट वांट टू सी एनी नेगेटिव कमेंट्स अबाउट एनीवन ऑन माय पोस्ट, इवन इफ इट इज़ फ्रॉम माय ओन सिस्टर आई वुड डिलीट इट, आई डोंट वांट टू प्रमोट हेट। अब आप मुझे बताइए, मैं हेट कहाँ प्रमोट की थी? मैंने सिर्फ सवाल पूछा था कि BCMA के प्रेसिडेंट के घर पे गेट टुगेदर, और सुख तालीवाल वहाँ पर माइक लेके खड़ा है, पिक्चर देखकर ऑब्वियसली एज अ रिपोर्टर, एज अ जर्नलिस्ट, आई हैव माई वे ऑफ आस्किंग क्वेश्चंस। मैंने पूछा क्या वो टीच कर रहा था, क्योंकि इनके खाते में गूगल पर आप सर्च करो, कुछ और नज़र नहीं आ रहा कि इसने कोई बिल पास करवाई या इसने ये काम कराया, कम्युनिटी के लिए ये किया, कुछ नहीं नज़र आता। लेकिन इनके इनकम टैक्स फ्रॉड के बारे में चाहे वो ग्लोबल का न्यूज़ हो, CTV का न्यूज़ हो, या नाउ लीडर का न्यूज़ हो, वो ज़रूर आता है। तो मैंने पूछा था कि ये इनकम टैक्स फ्रॉड टीचिंग कर रहा है। तो मैंने उसको जवाब दिया, मैं कहा, आई वॉज नॉट प्रमोटिंग हेट, गो चेक योर फैक्ट्स। Mr. Sukh Taliwal was charged with income tax fraud and he pleaded guilty also. He paid fines. This was not a negative comment. I don't care what you do with your sister's comment. None of my business. But if it was a community concerned post, I had the rights to let the public know of the truth. And which is what I do. कहीं पर भी, चाहे वो प्राइम मिनिस्टर होवे, ये तो MP सुख तालीवाल है जो इस तरह के अनएथिकल काम करते, लेकिन अगर प्राइम मिनिस्टर भी होता, अगर मेरे दिल में कोई सवाल है उनके लिए तो मैं ज़रूर पूछती। आई वुड हैव आस्क्ड दैट क्वेश्चंस। तो इसलिए अगर आप अपने सोशल मीडिया में MP सुख तालीवाल को या असद गुंडाल को या किसी और को प्रमोट करने के लिए पोस्ट डालते हो, तो आपको लोगों के कमेंट्स भी सुनना चाहिए। अनलेस एंड अनटिल मैं कोई गाली दे रही हूँ किसी को, या मेरी कमेंट्स में किसी को मैंने गलत बोला हो, आई डिड नॉट से अ वर्ड विच वॉज रॉन्ग। अगर आप अपना फैक्ट्स चेक करो तो मैं 1000 बार कहती हूँ कि गूगल में जाकर सुख तालीवाल का नाम डालो, इनकम टैक्स फ्रॉड ही आपको नजर आएगा। सो एज अ फ्रेंड ऑन योर सोशल मीडिया, मेरा ये पूरा ड्यूटी है टू आस्क दिस क्वेश्चंस। सो इसीलिए मैं कहती हूँ कि इफ एनीबडी वांट्स टू क्लैरिफाई, मैं आपको गूगल के लिंक्स भेज दूंगी, आप देख लो खुद ही। देखो आशा ना, इट्स अनफॉर्चुनेट
ਕਿ ਸਾਨੂੰ ਜਿਹੜੀ ਗੱਲ ਨਾ ਪਸੰਦ ਹੋਵੇ ਜਾਂ ਸਖਤ ਸਵਾਲ ਪੁੱਛਣਾ ਹੋਵੇ, ਅਸੀਂ ਉਸ ਨੂੰ ਨੈਗੇਟਿਵ ਸਮਝਦੇ ਹਾਂ। ਸਾਡੇ ਨਜ਼ਰੀਏ 'ਤੇ ਨਿਰਧਾਰਤ ਕਰਦਾ ਹੈ। ਇਹ ਜਾਣਕਾਰੀ ਵੀ ਸ਼ੇਅਰ ਕਰਨੀ ਹੁੰਦੀ ਹੈ। ਇਹ ਵੱਖਰਾ ਜਿਹੜਾ ਨਜ਼ਰੀਆ ਉਸ ਨੂੰ ਦੇਖਣ ਦਾ ਵੀ ਮੌਕਾ ਹੁੰਦਾ ਹੈ। ਲੈਟਸ ਫੇਸ ਇਟ। ਮੈਂ ਮੰਨਦੀ ਹਾਂ ਬੜਾ ਔਖਾ ਹੁੰਦਾ, ਖਾਸ ਤੌਰ ਦੇ 'ਤੇ ਜੇ ਤੁਹਾਨੂੰ ਆਪਣਾ ਪਸੰਦੀਦਾ ਕੋਈ ਇਨਸਾਨ ਹੋਵੇ ਤੁਹਾਡਾ, ਉਹਦੇ ਬਾਰੇ ਤੁਹਾਨੂੰ ਕੋਈ ਵੀ ਗੱਲ ਗਲਤ ਸੁਣਨੀ ਬੜੀ ਔਖੀ ਲੱਗਦੀ ਹੈ। ਉਹ ਭਾਈ ਬੰਦੇ ਹੋ, ਇਨਸਾਨ ਉਹੀ ਹੁੰਦਾ, ਉਹ 'ਚ ਚੰਗਾ ਵੀ ਹੁੰਦਾ, ਉਹ 'ਚ ਮੰਦਾ ਵੀ ਹੁੰਦਾ। ਬਹੁਤ ਲੋਕਾਂ ਨੂੰ ਮੈਂ ਬੜੀ ਪਿਆਰੀ ਹੋਊਂਗੀ, ਪਰ ਬਹੁਤ ਲੋਕਾਂ ਮੈਨੂੰ ਨਫ਼ਰਤ ਕਰਦੇ ਹੋਣਗੇ। ਮਸਲਾ ਇਹ ਨਹੀਂ ਹੈ ਕਿ ਕੌਣ ਮੈਨੂੰ ਪਿਆਰ ਕਰਦਾ, ਕੌਣ ਮੈਨੂੰ ਨਫ਼ਰਤ ਕਰਦਾ। ਗੱਲ ਇਹ ਹੈ ਕਿ ਜੋ ਗੱਲ ਕਹੀ ਹੈ ਕਿ ਉਹ ਸਹੀ ਹੈ ਜਾਂ ਨਹੀਂ, ਉਸਦੇ ਸਹੀ ਔਰ ਗਲਤ ਹੋਣ ਦਾ ਨਿਰਧਾਰ ਜਿਹੜਾ ਮਾਪਦੰਡ ਹੈ, ਅਸੀਂ ਕਿਸੇ ਦੇ ਆਪਣੇ ਪਸੰਦ ਜਾਂ ਨਾਪਸੰਦ, ਪਿਆਰੇ ਜਾਂ ਨਾ ਪਿਆਰੇ ਦੇ ਮਾਪਦੰਡ 'ਤੇ ਜਦੋਂ ਵੀ ਦੇਖਾਂਗੇ, ਅਸੀਂ ਕੋਤਾਹੀ ਕਰਾਂਗੇ, ਆਪਣੇ ਆਪ ਨੂੰ ਭੁਲੇਖੇ 'ਚ ਰਹਾਂਗੇ। ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਪਬਲਿਕ ਸਰਵਿਸ ਪਬਲਿਕ ਪਲੇਟਫਾਰਮ 'ਤੇ ਜਿਹੜਾ ਕੋਈ ਵੀ ਵਿਅਕਤੀ ਹੈ, ਅਗਰ ਉਹ ਪਬਲਿਕ ਦੇ ਹਿੱਤ ਦੇ ਵਿੱਚ ਨਹੀਂ ਬਲਕਿ ਪਬਲਿਕ ਦੇ ਖਿਲਾਫ ਕੋਈ ਵੀ ਕੰਮ ਕਰਦਾ, ਉਹਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੀ ਸਾਡਾ ਫਰਜ਼ ਹੈ। वरना तुसी कहोगे मीडिया बिक गया। बिल्कुल, इस तरह के फैक्ट्स जो है हम आप तक ज़रूर पहुंचाने की पूरी कोशिश करेंगे। चाहे कोई भी एमपी, कोई भी एमएलए, कोई भी गलत काम होगा, कहीं पर भी शक होगा, अनएथिकल काम होगा, आप तक पहुंचाने की हमारी पूरी कोशिश होगी। आज के इस प्रोग्राम में साथ देने के लिए शुक्रिया। अंटिल नेक्स्ट टाइम, गुड बाय एंड बी सेफ। प्रोग्राम ਦੇ ਵਿੱਚ ਸਮਾਂ ਤੇ ਸਾਥ ਦੇਣ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਚੁਕੰਨੇ ਰਹੋ, ਬਾਅਦ ਦੇ ਵਿੱਚ ਰੋਣ ਦਾ ਕੋਈ ਫਾਇਦਾ ਨਹੀਂ।